जी डॉक्टर साहब तुहाडा बहुत बहुत धन्नवाद। तुसीं अपने विचार साडे दर्शकों नाल सांझे कीते ते हुण असीं अपने सवाल जवाब दा सैशन शुरू करते हैं। अज 28 अगस्त 2013 13 भादों नानकशाही संमत 545 का दिन है तो अज साडे दर्शकों नूं दसो अज दे दिन की की इतिहासक अहमियत है। अज 1921 ਦੇ ਵਿੱਚ ਸਰ ਖੜਕ ਸਿੰਘ ਜਿਹੜੇ ਕਿ ਅਕਾਲੀ ਦਲ ਦੇ ਉਸ ਵੇਲੇ ਦੇ ਅਹੁਦੇਦਾਰ ਵੀ ਸਨ ਪਰ SGPC ਦੇ ਪ੍ਰਧਾਨ ਬਣੇ ਜੀ। ਉਹਨਾਂ ਨੇ ਇਹ ਪਾਲਿਸੀ ਐਂਡੋਰਸ ਕੀਤੀ ਕਿ ਜੇ ਅਸੀਂ ਸਰਕਾਰ ਨਾਲ ਨਾ ਮਿਲਵਰਤਨ ਕਰਾਂਗੇ। ਜੀ ਕਾਂਗਰਸ ਦੀ ਨੀਤੀ ਸੀ। ਅਸੀਂ ਇਹ ਸਮਝਦੇ ਹਾਂ ਵੀ ਇੱਥੋਂ ਸਾਡਾ ਆਪਣੇ ਹਿੱਤਾਂ ਨੂੰ ਪਾਸੇ ਰੱਖ ਕੇ ਕਾਂਗਰਸ ਦੇ ਜਹਾਜ਼ ਤੇ ਚੜ੍ਹਨ ਦਾ ਸਫ਼ਰ ਸ਼ੁਰੂ ਹੁੰਦਾ ਹੈ। ਜੇ ਅਸੀਂ ਸਾਡੀ ਉਹ ਲੀਡਰਸ਼ਿਪ ਗੁਰਦੁਆਰਿਆਂ ਤੱਕ ਮਹਿਦੂਦ ਰਹਿੰਦੀ, ਮਹੰਤਾਂ ਤੋਂ ਗੁਰਦੁਆਰੇ ਛਡਾਉਣ ਤੱਕ, ਤੇ ਸ਼ਾਇਦ ਅੰਗਰੇਜ਼ਾਂ ਦੇ ਨਾਲ ਕੋਆਪਰੇਸ਼ਨ ਦੀ ਲਾਈਨ ਕਿਤੇ ਨਾ ਕਿਤੇ ਬਣੀ ਰਹਿੰਦੀ ਤੇ ਅੱਜ ਅਸੀਂ ਇਵੇਂ ਸਫ਼ਰ ਨਾ ਕਰਦੇ। ਇਹਨਾਂ ਨੇ ਆਪਣੀ ਲਹਿਰ ਨੂੰ ਪੋਲੀਟੀਕਲੀ ਟੋਟਲੀ ਕਾਂਗਰਸ ਦੇ ਹਵਾਲੇ ਕਰ ਦਿੱਤਾ ਨਾਨ ਕੋਆਪਰੇਸ਼ਨ ਦੇ ਨਾਂ ਥੱਲੇ, ਪਰ ਅਲਟੀਮੇਟਲੀ ਕਾਂਗਰਸ ਨੇ ਉਹਨਾਂ ਨੂੰ ਡਿਚ ਕੀਤਾ ਜਿਵੇਂ ਕਿ 47 ਤੋਂ ਬਾਅਦ ਅਸੀਂ ਜੋ ਹਾਲ ਆਪਣਾ ਹੋਇਆ ਦੇਖਦੇ ਹਾਂ। ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਅੱਜ ਦੇ ਦਿਨ ਹੀ 1977 ਦੇ ਵਿੱਚ 28 ਅਗਸਤ ਨੂੰ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਲੁਧਿਆਣੇ ਦੇ ਵਿੱਚ ਅਨੰਦਪੁਰ ਦੇ ਮਤੇ ਨੂੰ ਪਾਸ ਕੀਤਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1565 ਦੇ ਵਿੱਚ ਸਭ ਤੋਂ ਪੁਰਾਣੀ ਜਿਹੜੀ ਅਮਰੀਕਾ ਦੀ ਸਿਟੀ ਹੈ, ਸ਼ਹਿਰ ਹੈ, ਸੇਂਟ ਔਗਸਟੀਨ ਫਲੋਰੀਡਾ ਦੇ ਵਿੱਚ ਐਸਟੈਬਲਿਸ਼ ਹੋਇਆ। 1883 ਦੇ ਵਿੱਚ ਜਿਹੜੀ ਸਲੇਵਰੀ ਹੈ, ਗੁਲਾਮੀ, ਇਹ ਬ੍ਰਿਟਿਸ਼ ਅੰਪਾਇਰ ਨੇ ਆਪਣੇ ਸਾਰੀ ਜਿੱਥੇ ਵੀ ਉਹਨਾਂ ਦੀ ਟੈਰੀਟਰੀ ਸੀ ਉਹਦੇ 'ਚ ਉਹਨੂੰ ਬੈਨ ਕੀਤਾ। 1952 ਦੇ ਵਿੱਚ ਜਰਮਨ ਅਤੇ ਇਜ਼ਰਾਈਲ ਨੇ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਜਿਹਦੇ ਜਰਮਨੀ ਨੇ ਮੰਨਿਆ ਕਿ ਜਿਵੇਂ ਯਹੂਦੀਆਂ ਦੇ ਉੱਤੇ ਜੋ ਧੱਕਾ ਹੋਇਆ ਉਸ ਦੀ ਕੰਪਨਸੇਸ਼ਨ ਜਿਹੜੀ ਕਿ ਕਈ ਬਿਲੀਅਨ ਡਾਲਰ ਸ਼ਾਇਦ ਅੱਜ ਤੱਕ ਵੀ ਉਹਦੀਆਂ ਕਿਸ਼ਤਾਂ ਦਿੰਦੇ ਹੋਣੇ ਨੇ ਜਰਮਨੀ ਵਾਲੇ, ਉਹ ਦੇਣ ਦਾ ਫੈਸਲਾ ਹੋਇਆ। ਇੱਦਾਂ ਦਾ ਹੀ ਕੰਪਨਸੇਸ਼ਨ ਅਸੀਂ ਹਿੰਦੂਆਂ ਤੋਂ ਵੀ ਲੈਣਾ ਇਹਨਾਂ ਦੀ ਸਰਕਾਰ ਤੋਂ ਵੀ ਖਾਲਿਸਤਾਨ ਬਣਨ ਤੋਂ ਬਾਅਦ। 1963 ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਹੈ, ਅੱਜ ਦੇ ਦਿਨ ਠੀਕ 50 ਸਾਲ ਪਹਿਲਾਂ ਮਾਰਟਨ ਲੂਥਰ ਕਿੰਗ ਨੇ ਲਿੰਕਨ ਮੈਮੋਰੀਅਲ ਵਾਸ਼ਿੰਗਟਨ 2 ਲੱਖ ਲੋਕਾਂ ਦੀ ਹਾਜ਼ਰੀ ਦੇ ਵਿੱਚ ਆਈ ਹੈਵ ਏ ਡਰੀਮ ਸਪੀਚ ਦਿੱਤੀ ਜਿਹੜੀ ਅੱਜ ਵੀ ਵਰਲਡ ਫੇਮਸ ਹੈ। 1973 ਦੇ ਵਿੱਚ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੇ ਵਿੱਚ ਸ਼ਿਮਲਾ ਐਗਰੀਮੈਂਟ ਹੋਇਆ ਜਿਹਦੇ ਥੱਲੇ ਜਿਹੜੇ 70-80 ਹਜ਼ਾਰ ਤੋਂ ਜ਼ਿਆਦਾ ਪਾਕਿਸਤਾਨੀ ਸ਼ੋਲਜਰ ਔਰ ਅਮਲਾ ਫੈਲਾ ਸੀ ਉਹ ਉਹਨਾਂ ਨੂੰ ਛੱਡਣੇ ਪਏ ਇੰਡੀਆ ਨੂੰ, ਉਹ ਪ੍ਰਿਜ਼ਨਰ ਆਫ ਵਾਰ ਸੀ। ਔਰ ਇਸ ਤੋਂ ਇਲਾਵਾ ਜਿਹੜੀ ਸੀਜ਼ ਫਾਇਰ ਲਾਈਨ ਸੀ ਉਸ ਦੇ ਉੱਤੇ ਸਮਝੌਤਾ ਹੋਇਆ। ਟੈਰੀਟਰੀ ਜਿਹੜੀ ਇੰਡੀਆ ਨੇ ਲਈ ਸੀ ਉਹਨਾਂ ਨੂੰ ਵਾਪਸ ਕਰਨੀ ਪਈ, ਥੋੜ੍ਹੀ ਬਹੁਤ ਪਾਕਿਸਤਾਨ ਨੇ ਵੀ ਵਾਪਸ ਕੀਤੀ। ਸੋ ਸ਼ਿਮਲਾ ਐਗਰੀਮੈਂਟ ਨੂੰ ਇੰਡੀਅਨਸ ਆਪਣੀ ਜਿੱਤ ਦੱਸਦੇ ਰਹੇ, ਪਰ ਕੁੱਲ ਮਿਲਾ ਕੇ ਜਦੋਂ ਅੱਜ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਜ਼ੁਲਫਿਕਾਰ ਅਲੀ ਭੁੱਟੋ ਦੀ ਇਹ ਬਹੁਤ ਵੱਡੀ ਡਿਪਲੋਮੈਟਿਕ ਸਕਸੈਸ ਸੀ। ਔਰ ਮੈਨੂੰ ਯਾਦ ਹੈ ਇੱਕ ਲਾਈਨ 'ਚ ਕਿ ਵੀ ਇੰਦਰਾ ਗਾਂਧੀ ਜਾਂ ਉਹਨਾਂ ਦੀ ਸਰਕਾਰ ਨੇ ਤਾਂ ਨੀਤੀ ਇਹ ਬਣਾਈ ਸੀ ਕਿ ਵੀ 90,000 ਬੰਦਾ ਫਸਿਆ ਹੋਇਆ ਪਾਕਿਸਤਾਨੀਆਂ ਦਾ, ਅਸੀਂ ਜੋ ਕਵਾਂਗੇ ਉਹ ਮੰਨਣਗੇ ਕਿਉਂਕਿ ਉਹ ਬੰਦੇ ਛਡਾਉਣੇ ਨੇ। ਉਹ ਹਰ ਇੱਕ ਕੋਈ ਨਾ ਕੋਈ ਰਿਸ਼ਤੇਦਾਰ ਸੀ ਪਾਕਿਸਤਾਨ ਦੇ ਸ਼ਹਿਰੀ ਦਾ ਜਿਹੜਾ ਕਿ ਉਹ ਕੈਦੀ ਸੀ, ਜੰਗੀ ਕੈਦੀ। ਔਰ ਜਦੋਂ ਗੱਲਬਾਤ ਫਾਈਨਲ ਸਟੇਜ 'ਤੇ ਆਈ ਤਾਂ ਇੰਦਰਾ ਗਾਂਧੀ ਨੇ ਬੜੇ ਗਰੂਰ ਦੇ ਵਿੱਚ, ਬੇਸ਼ੱਕ ਉਹਦੇ ਨਾਲ DP ਤਾਰ, PN ਹਕਸਰ ਬੜੇ ਸੀਜ਼ਨਡ डिप्लोमेट सी। इंदिरा गांधी ने उन्होंने कहा जी मिस्टर भुट्टो बताइए आपको प्रिजनर चाहिए कि इलाका चाहिए कि जी उन्होंने कहा भी ये तो प्रिजनर मंगेगा और इलाका असी रख लांगे जिहड़ा कंकर किया है। तो वो बहुत स्मार्ट अपने ज़माने का बड़ा ज़बरदस्त स्टेट्समैन सी। उसने कहा जी मुझे इलाका चाहिए प्रिजनर आप रखिए। हुण वो उस गल लई तैयार नहीं सी क्योंकि POW तो POW हुंदे ने भी रखो 90,000 नूं खवाओ रख के ऑलरेडी उन्होंने आइडेंटिटी हुई सी दुनिया। सो ये जिन्होंने कहते हैं असी कहते हैं डिप्लोमैटिक सक्सैस। सिखां बारे मशहूर है कि असी जंग के मैदान जितते हैं टेबल ते हारते हैं, जिवें 47 आ रहे हैं। अज भी जो साडी लीडरशिप कर रही है सारी दुनिया मोदी के खिलाफ है कि भाई ये कातल है, बादल उहदे रास्ते चढ़िया है। सो असी ये समझते हैं भी जो शिमला एग्रीमेंट है ये डिप्लोमेसी के वर्ल्ड भुट्टो की बहुत वड्डी विक्टरी सी जिन्हें जिहड़ा अपने शोल्जर भी लै ले वापस तो इलाका भी अपना जिहड़ा गवाया सी वापस ले लिया। जी डॉक्टर साहब तुहाडा बहुत बहुत धन्यवाद। साडा पहला सवाल है भारतीय आर्थिकता का थल्ला लगता जा रहा है। एक अमरीकी डॉलर के मुकाबले भारतीय करंसी 69 रुपीज़ बनती है, इस बारे तुहाडे की विचार हैं? देखो असी कुछ देर पहला इस प्रोग्राम कामेंट किया सी कि रूपी डांसिंग बिफोर डॉलर, कई ने उसनों इंजॉय भी किया, कई ने कहा सी कि ये जाएगा 70 रुपए तो 69 ते पहुँच गए। ये कुछ हफ्तियां की गल ही है। और सोने दीयां कीमतां भी आसमान नूं छू रही ने।
ਹੁਣ ਕਿਹਾ ਤਾਂ ਇਹ ਜਾ ਰਿਹਾ ਕਿ ਜੀ ਇਹ ਜਿਹੜਾ ਖੁਰਾਕ ਬਿੱਲ ਆਇਆ ਇਹਨੇ ਮਾਰਕੀਟ ਨੂੰ ਬਦਲ ਦਿੱਤਾ, ਤਰਥਲੀ ਮਚੀ ਹੋਈ ਹੈ ਇਸ ਵੇਲੇ। ਉਹਨਾਂ ਦੇ ਪੁਆਇੰਟ ਜਿਹੜਾ ਸ਼ੇਅਰ ਬਾਜ਼ਾਰ ਹੈ 500 ਪੁਆਇੰਟ ਥੱਲੇ ਨੂੰ ਡਿੱਗ ਰਿਹਾ। ਔਰ ਜੇ ਕਿਤੇ ਸੀਰੀਆ ਦੀ ਇਹ ਲੜਾਈ ਸ਼ੁਰੂ ਹੋ ਗਈ, ਜਿਵੇਂ ਅਮਰੀਕਨ ਇੰਡੀਕੇਸ਼ਨ ਲੱਗ ਰਹੀ ਹੈ, ਤੇ ਇਹ 75 ਤੇ 80 ਰੁਪਏ ਤੇ ਜਾਏਗਾ, ਕਿਉਂਕਿ ਆਇਲ ਪ੍ਰਾਈਸਿਸ ਚੜ ਜਾਣੇ ਨੇ। ਆਇਲ ਇੰਪੋਰਟ ਦੇ ਲਈ ਹੋਰ ਪੈਸਾ ਇਹਨਾਂ ਨੂੰ ਕੱਢਣਾ ਪੈਣਾ। ਸੋ ਇਸ ਵੇਲੇ ਜਿਹੜੀ ਭਾਰਤ ਦੀ ਹਾਲਤ ਹੈ, ਆਰਥਿਕ ਜਿਹੜੇ ਉਹਨਾਂ ਦੇ ਮਾਹਿਰ ਵੀ ਨੇ ਉਹਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ। ਲੋਕਾਂ ਨੂੰ ਕਹਿ ਰਹੇ ਨੇ ਫਿਕਰ ਨਾ ਕਰੋ, ਫਿਕਰ ਨਾ ਕਰੋ, ਪਰ ਇਸ ਤੋਂ ਵੀ ਬੁਰਾ ਹਾਲ ਹੋਣ ਦੀਆਂ ਸੰਭਾਵਨਾਵਾਂ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਤੁਸੀਂ ਜਲਦੀ ਮੁਕਾ ਦਿੱਤਾ ਹੈ, ਨਾਲੇ ਵਕਤ ਵੀ ਲੇਟ ਸ਼ੁਰੂ ਕੀਤਾ ਹੈ। ਡਾਕਟਰ ਸਾਹਿਬ ਜੀ ਬ੍ਰੇਕਸ ਵੀ ਲਈਆਂ, ਦੇਖ ਲਓ। ਬ੍ਰੇਕਸ ਦੇ ਵਿੱਚ ਹੁਣ ਤੁਸੀਂ ਨਾ ਬ੍ਰੇਕਾਂ ਲੈ ਲੈਂਦੇ, ਅਸੀਂ ਕਿਹੜਾ ਰੋਕਿਆ ਸੀ। ਹਾਂਜੀ ਚਲੋ, ਅੱਜ ਦੇ ਥਾਟ ਲਈ ਅਸੀਂ ਸ਼ਲੋਕ ਵਾਰਾਂ ਤੋਂ ਵਧੇਕ ਗੁਰੂ ਨਾਨਕ ਸਾਹਿਬ ਦੇ ਜਿਹੜੇ ਜਿਨ੍ਹਾਂ ਦੇ ਵਿਚਾਰ ਸ਼ੁਰੂ ਕੀਤੀ ਸੀ ਉਹ ਪੂਰੇ ਹੋ ਗਏ ਨੇ। ਤੇ ਹੁਣ ਸ਼ਲੋਕ ਵਾਰਾਂ ਤੇ ਵਧੇਕ ਹੀ ਟਾਈਟਲ ਹੈ, ਪਰ ਗੁਰੂ ਅਮਰਦਾਸ ਜੀ ਦੇ ਸ਼ਲੋਕ ਇੱਥੋਂ ਸ਼ੁਰੂ ਹੁੰਦੇ ਨੇ। ਸੋ ਉਹਨਾਂ ਦਾ ਜਿਹੜਾ ਪਹਿਲਾ ਸ਼ਲੋਕ ਹੈ, ਅਭਿਆਗਤ ਇਹ ਨਾ ਆਖੀਏ ਜਿਨ ਕੈ ਮਨ ਮੈਂ ਭਰਮ, ਤਿਨ ਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ। ਅਭੈ ਨਿਰੰਜਨ ਪਰਮ ਪਦ ਤਾਂਕਾ ਭੀਖਕ ਹੋਏ, ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ। ਜੀ ਹੁਣ ਜੇ ਤਾਂ ਇਸ ਦਾ ਸ਼ਬਦੀ ਅਰਥ ਵੱਲ ਜਾਈਏ, ਫਿਰ ਤਾਂ ਇਸ ਸੈਂਸ ਵੱਲ ਜਾਂਦਾ ਹੈ ਕਿ ਜੀ ਇੱਕ ਭਿਖਾਰੀ ਖੜਾ ਹੈ ਬਾਹਰ ਕਿਸੇ ਗ੍ਰਸਤੀ ਦੇ ਦਰਵਾਜ਼ੇ ਤੇ ਤੇ ਜਿਹੜਾ ਉਹਨੂੰ ਖਾਣ ਲਈ ਭੋਜਨ ਦੇ ਰਿਹਾ, ਉਹ ਇਹ ਸਮਝਦਾ ਵੀ ਇਹ ਪੂਰਨ ਸੰਤ ਹੈ। ਉਹਦੇ ਲਈ ਸ਼ਬਦ ਅਭਿਆਗਤ ਇਸਤੇਮਾਲ ਹੁੰਦਾ ਸੀ, ਹਿੰਦੀ 'ਚ ਵੀ ਪੰਜਾਬੀ 'ਚ ਵੀ ਹੁੰਦਾ। ਤੇ ਉਹ ਉਹਨੂੰ ਭੋਜਨ ਇਹ ਕਹਿ ਕੇ ਘਰ ਵਾਲਾ ਦਿੰਦਾ ਹੈ, ਕਿਉਂਕਿ ਉੱਥੇ ਕਰਮਕਾਂਡ ਆ ਜਾਂਦਾ ਹੈ ਕਿ ਜੀ ਜਿਹੜਾ ਅਭਿਆਗਤ ਨੂੰ ਖਵਾਉਣਾ ਹੈ, ਪੂਰਨ ਸੰਤ ਨੂੰ ਖਵਾਉਣਾ ਹੈ, ਉਹਦੇ ਨਾਲ ਪਤਾ ਨਹੀਂ ਕਿੰਨੇ ਗੁਣਾ ਉਹਨਾਂ ਨੂੰ ਫਲ ਮਿਲਣਾ। ਸੋ ਇਸ ਨੂੰ ਐਜ਼ ਏ ਅਲੰਕਾਰ ਗੁਰੂ ਅਮਰਦਾਸ ਜੀ ਨੇ ਇਸਤੇਮਾਲ ਕੀਤਾ ਹੈ। ਪਰ ਇਹਨਾਂ ਦੋਨਾਂ ਸ਼ਲੋਕਾਂ ਦੀ ਰੂਹ ਦੇ ਵਿੱਚ ਸੱਚੇ ਰੱਬ ਦੀ ਪ੍ਰਾਪਤੀ ਲਈ ਸਚਿਆਰਤਾ ਤੇ ਕਿਰਤ ਨੂੰ ਮੱਦੇ ਨਜ਼ਰ ਰੱਖਦੇ ਹਾਂ, ਕਿਉਂਕਿ ਗੁਰਮਤਿ ਦਾ ਸਿਧਾਂਤ ਕਿਰਤ ਨਾਲ ਜੁੜਿਆ ਹੋਇਆ। ਜਿਵੇਂ ਗੁਰੂ ਨਾਨਕ ਸਾਹਿਬ ਦਾ ਇਹ ਅਖਾਣ, ਇਹ ਵਾਕ ਅਸੀਂ ਅਕਸਰ ਦੁਹਰਾਉਂਦੇ ਹਾਂ ਕਿ ਜਿਸ ਨੇ ਕਿਰਤ ਕੀਤੀ ਹੈ ਘਾਲ ਖਾਏ। ਹੁਣ ਇਸ ਤੋਂ ਪਹਿਲੀ ਲਾਈਨ ਵੀ ਹੈ ਕਿ ਗੁਰੂ ਪੀਰ ਸਦਾਏ ਮੰਗਣ ਜਾਏ। ਹੁਣ ਜੇ ਅਭਿਆਗਤ ਨਾਲ ਗੁਰੂ ਅਮਰਦਾਸ ਜੀ ਦਾ ਜੋੜ ਕੇ ਦੇਖਣਾ ਹੈ ਕਿ ਜੀ ਇਹ ਤਾਂ ਜੇ ਪੂਰਨ ਸੰਤ ਮੰਗਣ ਆਏ ਫਿਰ ਠੀਕ ਹੈ, ਫਿਰ ਗੱਲ ਫਿੱਟ ਨਹੀਂ ਹੁੰਦੀ ਗੁਰਮਤਿ ਦੀ ਰੋਸ਼ਨੀ। ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਕਿ ਵੀ ਜਿਹੜਾ ਗੁਰੂ ਪੀਰ ਬਣਿਆ ਹੋਇਆ ਤੇ ਮੰਗਣ ਜਾਂਦਾ ਉਹਦੇ ਕਦੇ ਭੁੱਲ ਕੇ ਵੀ ਪੈਰੀ ਨਾ ਲੱਗੋ। ਜਿਹੜਾ ਘਾਲਣਾ ਦੀ ਕਮਾਈ ਖਾਂਦਾ ਤੇ ਕੁਛ ਹੱਥੋਂ ਦਿੰਦਾ, ਵੰਡਦਾ, ਸ਼ੇਅਰ ਕਰਦਾ ਨੀਡੀ ਦੇ ਨਾਲ, ਉਹਦੇ ਸਾਹਮਣੇ ਹੀ ਰੱਬ ਦਾ ਦਰਵਾਜ਼ਾ ਖੁੱਲ੍ਹਦਾ ਜੀ। ਰੱਬ ਦੇ ਰਸਤੇ ਦੀ ਉਹਨੂੰ ਪਛਾਣ ਹੁੰਦੀ ਹੈ। ਸੋ ਹੁਣ ਪਹਿਲਾਂ ਤਾਂ ਗੁਰੂ ਅਮਰਦਾਸ ਜੀ ਨੇ ਇਹ ਗੱਲ ਸਪਸ਼ਟ ਕੀਤੀ ਕਿ ਅਭਿਆਗਤ ਇਹ ਨਾ ਆਖੀਏ ਜਿਨ ਕੈ ਮਨ ਮੈਂ ਭਰਮ। ਜਿਹੜੇ ਮਨ ਦੇ ਵਿੱਚ ਭਰਮ ਦੁਬਿਧਾ ਨੂੰ ਕਹਿੰਦੇ ਨੇ, ਡਿਊਲਿਟੀ, ਇੱਧਰ ਕਿ ਉੱਧਰ, ਇੱਕ ਸਪਸ਼ਟ ਰੱਬ ਦੇ ਉੱਤੇ ਬਿਨਾਂ ਸਵਾਲੀਆ ਨਿਸ਼ਾਨ ਲਾਏ ਫੇਤ ਨਹੀਂ ਹੈ, ਦੁਬਿਧਾ। ਸ਼ਬਦ ਲਾਗ ਮਨੈ ਛਾੜ ਦੁਬਿਧਾ ਕੀ ਕੁਰੀਆ, ਕਿ ਜਿਹੜੀ ਦੁਬਿਧਾ ਦੇ ਵਿੱਚ ਫਸਿਆ ਬੰਦਾ ਹੈ ਉਹ ਤਾਂ ਰੱਬ ਨੂੰ ਨਹੀਂ ਹਾਸਲ ਕਰ ਸਕਦਾ। ਜਾਂ ਜਿਵੇਂ ਕਬੀਰ ਸਾਹਿਬ ਨੇ ਕਬੀਰ ਬੀਚਕ ਦੇ ਵਿੱਚ ਇਹ ਕਿਹਾ ਕਿ ਦੁਬਿਧਾ ਮੇ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਨਾ ਰੱਬ ਮਿਲਿਆ ਨਾ ਮਾਇਆ ਮਿਲੀ, ਕਿਸੇ ਪਾਸੇ ਵੀ ਨਹੀਂ ਰਹੇ, ਇੱਕ ਪਾਸਾ ਫੜੋ। ਸੋ ਉਹਦੇ 'ਚ ਗੁਰੂ ਅਮਰਦਾਸ ਫਰਮਾਉਂਦੇ ਨੇ ਕਿ ਅਭਿਆਗਤ ਇਹ ਨਾ ਆਖੀ ਹੈ ਜਿਨ ਕੈ ਮਨ ਮੈਂ ਭਰਮ, ਜਿਨ੍ਹਾਂ ਦੇ ਮਨ 'ਚ ਭਰਮ ਹੈ, ਦੁਬਿਧਾ ਹੈ, ਡਾਊਟ ਹੈ, ਸਸਪੀਸ਼ਨ ਹੈ, ਉਹ ਅਭਿਆਗਤ ਨਹੀਂ ਨੇ। ਤਿਨ ਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ। ਹੁਣ ਇਹ ਹੈ ਵੀ ਜਿਹੜਾ ਇਹੋ ਜਿਹੇ ਦੁਬਿਧਾ ਵਾਲਿਆਂ ਦੇ ਪਿੱਛੇ ਲੱਗੇਗਾ, ਉਹਨਾਂ ਨੂੰ ਖਾਣ ਨੂੰ ਦੇਗਾ ਜਾਂ ਉਹਨਾਂ ਦੀ ਉਪਜੀਵਕਾ ਉਹਨਾਂ ਦੇ ਸਿਰ ਤੇ ਹੋਏਗੀ, ਤੇ ਉਹ ਵੀ ਉਹ ਜਿਹੇ ਹੋਣਗੇ। ਕਿਉਂਕਿ ਜਿਹੋ ਜਿਹਾ ਗੁਰੂ ਹੈ ਉਹ ਜਿਹੇ ਚੇਲੇ ਹੋਣਗੇ। ਸੋ ਇਹ ਫੋਰਬਿਡ ਕੀਤਾ ਗੁਰੂ ਅਮਰਦਾਸ ਜੀ ਨੇ ਕਿ ਇਸ ਕਿਸਮ ਦੇ ਲੋਕਾਂ ਦੇ ਪਿੱਛੇ, ਅੱਜ ਸਾਡੇ ਸਾਰੇ ਕੋਈ ਨਾ ਕੋਈ ਬਾਬਾ ਲੱਭਿਆ ਹੋਇਆ, ਜਿਵੇਂ ਫੈਮਿਲੀ ਡਾਕਟਰ ਹੈ ਹਰ ਇੱਕ ਦਾ, ਕੋਈ ਨਾ ਕੋਈ ਫੈਮਿਲੀ ਬਾਬਾ ਹੈ, ਤੇ ਉਹ ਫਿਰ ਉਹਦੇ ਖਿਲਾਫ ਸੁਣਨਾ ਵੀ ਨਹੀਂ ਕੁਛ ਚਾਹੁੰਦੇ। ਉਹਨਾਂ ਨੂੰ ਲੱਗਦਾ ਹੈ ਕਿ ਵੀ ਸਾਡਾ ਬਾਬਾ ਹੀ ਪੂਰਾ ਹੈ, ਬਾਕੀ ਅਧੂਰੇ ਨੇ। ਪਰ ਇਹ ਜਿਹੜੀ ਪਰਖ ਹੈ ਗੁਰੂ ਸਾਹਿਬ ਨੇ ਉਹ ਅੱਗੋਂ ਦਿੱਤੀ ਹੈ ਵੀ ਸਚਿਆਰਤਾ ਕੀ ਹੈ, ਸੱਚ ਦੇ ਰਸਤੇ ਦਾ ਪਾਂਧੀ ਕੌਣ ਹੈ, ਰੱਬ ਨੂੰ ਕੌਣ ਮਿਲਿਆ ਹੋਇਆ। ਗੁਰੂ ਸਾਹਿਬ ਫਰਮਾਉਂਦੇ ਨੇ ਅਭੈ ਨਿਰੰਜਨ ਪਰਮ ਪਦ
ਤਾਂ ਕਾ ਭੀਖਕ ਹੋਏ, ਕਿ ਜਿਹੜਾ ਉਸ ਰੱਬ ਦੇ ਨਾਲ ਜੁੜਿਆ ਹੋਇਆ ਹੈ ਉਹ ਅਭੈ ਹੋਏਗਾ ਜੀ, ਡਰ ਤੋਂ ਬਿਨਾ ਹੋਏਗਾ, ਉਹ ਭੈ ਦੇ ਵਿੱਚ ਨਹੀਂ ਹੋਏਗਾ। ਇੱਥੇ ਤਾਂ ਸਾਡੇ ਬਾਬੇ ਲਗਜ਼ਰੀ ਕਾਰਾਂ 'ਚ ਘੁੰਮਦੇ ਨੇ, ਪੋਲੀਟੀਸ਼ੀਅਨਸ ਦੇ ਅੱਗੇ ਜਾ ਕੇ ਖਲੋਤੇ ਹੁੰਦੇ ਨੇ, ਸਾਡੇ ਜਥੇਦਾਰ ਜਿਹੜੇ ਨੇ ਉਹ ਪੋਲੀਟੀਸ਼ੀਅਨ ਦੇ ਘਰੀ ਮਿਲਣ ਜਾਂਦੇ ਨੇ। ਕਿੱਥੇ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਸੀ ਕਿ ਰਣਜੀਤ ਸਿੰਘ ਨੂੰ ਸੰਮਣ ਕਰਦੇ ਸੀ ਅਕਾਲ ਤਖਤ ਤੇ, ਹੁਣੇ ਉਹਨਾਂ ਦੇ ਘਰਾਂ ਦੇ ਬਾਹਰ ਅੱਧਾ ਘੰਟਾ ਵੇਟ ਕਰਦੇ ਨੇ ਕਿ ਜੀ ਕਦੋਂ ਮੁੱਖ ਮੰਤਰੀ ਸਾਹਿਬ ਬਾਹਰ ਨਿਕਲਣਗੇ, ਕਦੋਂ ਡਿਪਟੀ ਮੁੱਖ ਮੰਤਰੀ ਨਿਕਲਣਗੇ। ਤੇ ਇੱਥੇ ਰੱਬ ਦੇ ਬੰਦੇ ਦੀ ਨਿਸ਼ਾਨੀ ਅਭੈ, ਵਿਦਆਊਟ ਫੀਅਰ। ਅਭੈ ਨਿਰੰਜਨ ਪਰਮ ਪਦ ਤਾਂ ਕਾ ਭੀਖਕ ਹੋਏ, ਕਿ ਉਹ ਰੱਬ ਦਾ ਬੰਦਾ ਹੈ ਜਿਹੜਾ ਮੰਗਦਾ ਰੱਬ ਤੋਂ। ਭਿਖਾਰੀ ਇਸ ਗੱਲ ਦਾ ਹੈ ਨਿਰੰਜਨ ਦੇ ਸਾਹਮਣੇ, ਉਸ ਰੱਬ ਦੇ ਸਾਹਮਣੇ ਅਭੈ ਪਦ ਨੂੰ ਮੰਨਦਾ, ਉਸ ਪਰਮ ਪਦ ਨੂੰ ਉਹ ਪ੍ਰਾਪਤ ਕਰਦਾ ਹੈ। ਉਸ ਰੱਬ ਦੇ ਨਾਲ ਇੱਕਮੇ ਕੋਈ ਹੁੰਦਾ ਹੈ ਜਿਹੜਾ ਨਿਡਰ ਹੈ। ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ। ਗੁਰੂ ਸਾਹਿਬ ਕਹਿੰਦੇ ਨੇ ਵੀ ਇਸ ਸ਼੍ਰੇਣੀ ਦੇ ਲੋਕ ਵਿਰਲੇ ਨੇ। ਤੇ ਇਹੋ ਜਿਹੇ ਜਿਹੜੇ ਪੂਰਨ ਮਨੁੱਖ ਨੇ ਜਾਂ ਜਿਨ੍ਹਾਂ ਲਈ ਸੰਤ ਜਾਂ ਬਾਬਾ ਕੋਈ ਸ਼ਬਦ ਵੀ ਇਸਤੇਮਾਲ ਹੋ ਸਕਦਾ ਹੈ ਜੀ, ਉਹ ਬਹੁਤ ਵਿਰਲੇ ਨੇ। ਤੇ ਉਹਨਾਂ ਦਾ ਸੰਗ ਸਾਥ, ਉਹਨਾਂ ਦੀ ਸੇਵਾ ਸੰਭਾਲ ਕਦੇ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦੀ ਹੈ, ਕਿਉਂਕਿ ਉਹ ਵਿਰਲੇ ਨੇ, ਫਿਰ ਉਹਨਾਂ ਦੀ ਸਾਂਭ ਸੰਭਾਲ ਵਾਲੇ ਵੀ ਵਿਰਲੇ ਨੇ, ਨਹੀਂ ਤਾਂ ਉਹ ਤਾਂ ਰੁਲਦੇ ਹੀ ਨੇ ਵਿਚਾਰੇ। ਕਿਉਂਕਿ ਉਹਨਾਂ ਦੇ ਨੇੜੇ ਉਹਨਾਂ ਕੋਲ ਉਹ ਪੂਪ ਲੀਲਾ ਨਹੀਂ ਹੁੰਦੀ। ਤੇ ਜਿਹੜੇ ਪੂਪ ਲੀਲਾ ਵਾਲੇ ਨੇ, ਜਿਨ੍ਹਾਂ ਨੇ ਅੱਗੋਂ ਆਪਣੇ ਚੇਲੇ ਚਮਟੇ ਰੱਖੇ ਨੇ, ਜਿਹੜੇ ਬਾਬਿਆਂ ਦੀਆਂ ਕਰਾਮਾਤਾਂ ਸੁਣਾਉਂਦੇ ਨੇ ਵੀ ਸਾਡੇ ਬਾਬਾ ਜੀ ਤਾਂ ਉੱਤੇ ਕਿੱਕਰ ਤੇ ਚੜ੍ਹ ਕੇ ਇੱਕ ਲੱਤ ਦੇ ਭਾਰ ਜਿਹੜੇ ਨੇ ਉਹ ਸਾਰੀ ਰਾਤ ਤਪੱਸਿਆ ਕਰਦੇ ਨੇ। ਕੋਈ ਕਹਿਣਗੇ ਜੀ ਮੈਂ ਸਾਹਮਣੇ ਨਜ਼ਰ ਆਉਂਦੇ ਸੀ, ਫਿਰ ਨਜ਼ਰ ਹੀ ਨਹੀਂ ਆਇਆ, ਆਰੋਪ ਹੋ ਜਾਂਦੇ ਨੇ, ਇਹ ਤਾਂ ਵਧੇ ਹੋ ਜਾਂਦੇ ਨੇ। ਇਸ ਕਿਸਮ ਦੀਆਂ ਹਰ ਬਾਬੇ ਦੇ ਚੇਲਿਆਂ ਨੇ ਕਹਾਣੀਆਂ ਘੜੀਆਂ ਹੋਈਆਂ ਨੇ। ਤੇ ਗੁਰੂ ਅਮਰਦਾਸ ਜੀ ਨੇ ਡਿਫਾਈਨ ਕੀਤਾ ਹੈ ਕਿ ਭਾਈ ਰੱਬ ਦਾ ਬੰਦਾ ਉਹ ਹੈ ਜਿਹੜਾ ਅਭੈ ਨਿਡਰ ਹੈ ਤੇ ਉਹੀ ਪਰਮ ਪਦ ਦੇ ਨਾਲ ਜੁੜਿਆ ਹੋਇਆ। ਤੇ ਉਹਨਾਂ ਦੇ ਨਾਲ ਜੁੜ ਕੇ ਹੀ ਤੁਸੀਂ ਕੋਈ ਨਾਮ ਦਾ ਰਸ, ਜਿਹਦੇ ਲਈ ਮੈਂ ਸ਼ਬਦ ਗੁਰਮੁਖ ਕਹਾਂਗਾ, ਉਹੀ ਪੂਰਨ ਗੁਰਮੁਖ ਰੂਪ ਹੈ ਔਰ ਉਸ ਚੋਂ ਹੀ ਤੁਸੀਂ ਕੁਝ ਹਾਸਲ ਕਰ ਸਕਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਆਪਣੇ ਵੀਅਰਸ ਕੋਲ ਲੈਣੀ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you, Ji.